ਕੀਤੀ ਜਿਸ ਟਾਈਮ ਅਸੀਂ ਇਹ ਸਾਰੇ ਇਤਰਾਜ਼ ਜਿਹੜੇ ਨੇ ਨਾ ਹਦੀਸਾਂ ਦੇ ਵਿੱਚ, ਸੀਰਤ ਦੀਆਂ ਕਿਤਾਬਾਂ ਦੇ ਵਿੱਚ ਪਏ ਹੋਏ ਨੇ, ਅਸੀਂ ਉਹ ਸਾਰੇ ਰੱਖ ਚੁੱਕੇ ਹਾਂ ਔਨ ਰਿਕਾਰਡ ਸਾਡੇ ਕੋਲ। ਮੈਂ ਉਦੋਂ ਗੱਲ ਕਰ ਰਿਹਾ ਸੀਗਾ ਕਿ ਇੱਕ ਤਿਜੋਰੀ ਸਾਡੇ ਕੋਲ ਪਈ ਹੈ, ਉਹਦੇ 'ਚ ਬਹੁਤ ਖਜ਼ਾਨਾ ਹੈ। ਮਜਬੂਰ ਨਾ ਕੀਤਾ ਜਾਵੇ ਕਿ ਉਹ ਤਿਜੋਰੀ ਦੁਬਾਰਾ ਖੋਲ੍ਹੀਏ, ਦੁਬਾਰਾ ਤੁਹਾਡੇ ਸਾਹਮਣੇ ਉਹ ਜਿਹੜੀਆਂ ਚੀਜ਼ਾਂ ਲਿਆ ਕੇ ਰੱਖੀਏ, ਅਤੇ ਉਹ ਗੱਲ ਅੱਛੀ ਨਹੀਂ ਹੈ। ਜਿਹੜਾ ਮਾਜ਼ੀ ਦੇ ਵਿੱਚ ਹੋ ਗਿਆ ਆਲਮੋਸਟ 27 ਤੋਂ 28 ਮਹੀਨੇ ਸਰਕਾਰੀ ਮੁਸਲਮਾਨਾਂ ਨਾਲ ਗੱਲਬਾਤ ਹੁੰਦੀ ਰਹੀ ਹੈ, ਇੱਕ ਬਰੋਡ 'ਤੇ ਨਹੀਂ, 2 'ਤੇ ਨਹੀਂ, 20 ਬਰੋਡ 'ਤੇ। ਉਹਦੇ ਵਿੱਚ ਸ਼ੀਆ ਦੇ ਵਿੱਚ ਬਾਬਾ ਇਮਾਮ ਸ਼ੀਆ ਦਾ ਜਿਹੜਾ ਟਿਕਟੋਕ ਦੇ ਉੱਤੇ ਸੀਗਾ, ਉਹਦੇ ਨਾਲ ਸਾਡੀਆਂ ਕਿੰਨੀਆਂ ਡਿਬੇਟਾਂ ਹੋਈਆਂ। ਆਮਰ ਨਜ਼ੀਰ ਸਾਹਿਬ ਨਾਲ ਹੋਈ, ਡਾਕਟਰ ਡੇਰਿੰਗ ਨਾਲ ਹੋਈ, ਬਿਲਾਲ ਹਨੀਫ ਨਾਲ ਹੋਈ, ਅਬਦੁੱਲਾ, ਸ਼ੁਏਬ ਰਾਜਾ, ਇਹ ਜਿੰਨੇ ਨਾਮ ਨੇ, ਅਬੂ ਬਕਰ ਮੀਰ, ਇਹ ਜਿੰਨੇ ਬੰਦੇ ਬੈਠੇ ਨੇ ਨਾ, ਮੁਫਤੀ ਅਬਦੁਲ ਅਜ਼ੀਜ਼ ਹੈ, ਸ਼ਾਹ ਅਬਦੁਲ ਅਜ਼ੀਜ਼ ਹੈ, ਜ਼ਾਹਿਦ ਅਸਕਾਨੀ ਸਾਹਿਬ ਹੈ, ਸ਼ਾਹ ਅਬਦੁਲ ਅਜ਼ੀਜ਼, ਜ਼ਾਹਿਦ ਅਸਕਾਨੀ, ਮੁਫਤੀ ਮੁਬਸ਼ਰ, ਉਹ ਤੁਹਾਨੂੰ ਹੋਰ ਤੋਂ ਬਾਅਦ ਉਮੇ ਨਾਲ ਤੇ ਤਕਰੀਬਨ ਕੋਈ 2 ਮਹੀਨੇ ਲਗਾਤਾਰ ਹੁੰਦੀ ਰਹੀ ਨਾ। ਮਤਲਬ ਹੋਰ ਕਿੰਨੇ ਤੁਹਾਨੂੰ ਨਾਮ ਗਿਣਾਈਏ ਕਿ ਜਿਨ੍ਹਾਂ ਨਾਲ ਸਾਡੇ ਕੋਲ ਰਿਕਾਰਡਿੰਗ ਪਈ ਉਹਦੀ, ਤੇ ਉਹ ਤਾਂ ਮੇਰੀ ਆਪਣੀ ਬਰੋਡ 'ਤੇ ਹੁੰਦੀ ਰਹੀ ਹੈ ਜਿਸ ਟਾਈਮ ਮੈਂ ਬਰੋਡ ਆਪਣੀ ਚਲਾਉਂਦਾ ਸੀ। ਉਹ ਕਹਿਣ ਦਾ ਮਤਲਬ ਇੱਕ ਬੰਦਾ ਜਦੋਂ ਇਹ ਹੱਥ ਖੜੇ ਕਰ ਗਿਆ ਕਿ ਭਾਈਜਾਨ ਅਸੀਂ ਤੁਹਾਡੇ ਨਾਲ ਗੱਲ ਹੀ ਨਹੀਂ ਕਰਨੀ, ਤੁਸੀਂ ਨਹੀਂ ਮੰਨਦੇ, ਤੁਸੀਂ ਨਾ ਮੰਨੋ, ਹਰ ਬੰਦੇ ਦਾ ਆਪਣਾ ਰਾਈਟ ਹੈਗਾ ਨਾ। ਤੁਸੀਂ ਵੀ ਅਗਰ ਇਹ ਗੱਲ ਕਰ ਦੋ ਤੇ ਤੁਹਾਡੇ ਨਾਲ ਗੱਲ ਨਹੀਂ ਹੋਏਗੀ, ਦੂਸਰਾ ਜਿਹੜਾ ਵੀ ਬੰਦਾ ਜਿਹੜਾ ਗੱਲ ਕਰ ਨਹੀਂ ਦਿਓ। ਇਹਨਾਂ ਵੀ ਇਹ ਗੱਲ ਕਰਤੀ ਏ। ਪਹਿਲੀ ਤਾਂ ਗੱਲ ਏ, ਇਹਨਾਂ ਦੇ ਜਿਤਨੇ ਹੈ ਉਲਮਾ ਇਕਰਾਮ ਨੇ ਟਿਕਟੌਕ ਤੇ, ਉਹ ਵੱਖਰੀ ਗੱਲ ਹੈ, ਕਹਿੰਦੇ ਨੇ ਕਦੇ ਸਾਡੇ ਹਨ ਨੇ, ਕਦੇ ਕਹਿੰਦੇ ਸਾਡੇ ਨਹੀਂ, ਅਸੀਂ ਨਹੀਂ ਮੰਨਦੇ। ਉਹਨਾਂ ਕਿਸੇ ਦੇ ਨਾਲ ਵੀ ਸਵਾਏ ਮੀਰ ਲਤੀਫ ਸਾਹਿਬ ਦੀ ਗੱਲਬਾਤ ਨਹੀਂ ਹੋਈ, ਜਿੱਥੋਂ ਤੱਕ ਮੇਰਾ ਜ਼ਹਿਨ ਜਿਹੜਾ ਨਾ ਉਹ ਯਾਦ ਕਰ ਪਾ ਰਿਹਾ। ਕਿਹਦੇ ਨਾਲ ਨਹੀਂ ਹੋਈ? ਮੀਰ ਲਤੀਫ ਸਾਹਿਬ ਨਾਲ ਹੋਈ ਹੈ ਗੱਲ 2 ਵਾਰੀ, ਉਸ ਤੋਂ ਇਲਾਵਾ ਨਾ ਮੀਰ ਸਲੀਮ ਸਾਹਿਬ ਨਾਲ ਹੋਈਏ, ਨਾ ਨਾਦਰ ਸਾਹਿਬ ਨਾਲ ਹੋਈਏ, ਨਾ ਮਸਰੂਰ ਸਾਹਿਬ ਨਾਲ ਹੋਈਏ, ਨਾ ਹੀ ਉਹ ਜਿਹੜਾ ਕੀ ਨਾਂ ਹੈ ਰਾਜਾ ਅਤਾਉਲ ਮਨਾਨ ਸਾਹਿਬ ਨਾਲ ਹੋਈਏ, ਨਾ ਰਜ਼ੀ ਨਾਲ ਹੋਈਏ। ਰਜ਼ੀ ਨਾਲ ਵੀ ਕੋਈ ਨਹੀਂ ਹੋਈ। ਇੰਸਟਾਗ੍ਰਾਮ ਤੇ ਜੇ ਵੀ ਮੈਸੇਜ ਮੇਰਾ ਪੇ ਹੈ ਸੀਨ, ਕੋਈ ਜਵਾਬ ਨਹੀਂ ਦਿੱਤਾ। ਅੰਸਰ ਰਜ਼ਾ ਸਾਹਿਬ ਨੇ ਹੱਥ ਜੋੜ ਲਏ, ਮਾਜ਼ਰਤ ਕਰ ਲਈ ਹੈ, ਉਹਨਾਂ ਨੂੰ ਅੱਗੇ ਛੇੜਿਆ ਲਾਇਆ ਕੋਈ ਨਹੀਂ। ਜਮਾਤ ਕਿਸੇ ਇਹ ਆਮ ਜਿਹੜੇ ਮੇਰੇ ਤੁਹਾਡੇ ਜੇ ਬੰਦੇ ਭੱਜੀ ਫਿਰਦੇ ਨੇ, ਉਹਨਾਂ ਨਾਲ ਤਾਂ ਗਾਏ ਬਗਾਏ ਚਲੋ ਝੜਪ ਹੋ ਗਈ, ਲੇਕਿਨ ਉਸ ਤੋਂ ਇਲਾਵਾ ਅਸੂਲੀ ਮੌਕਫ ਸੈਫੀ ਨਾਲ, ਉਹ ਜਿਹੜਾ ਸੈਫੀ ਹੈ ਸੈਫੀ ਆਜ਼ਮ, ਉਹਦੇ ਨਾਲ ਇੱਕ ਵਾਰੀ ਹੋਈ ਸੀ, ਉਹ ਵੀ ਮੈਨੂੰ ਲੱਗਦਾ ਕੋਈ 2 ਸਾਲ ਪੁਰਾਣੀ ਗੱਲ ਹੈ, ਤੇ ਉਸ ਤੋਂ ਇਲਾਵਾ ਨਹੀਂ ਹੋਈ। ਹਾਂ, ਬਾਕੀ ਇਹ ਛੋਟੇ ਮੋਟੇ ਜਿਹੜੇ ਨੇ, ਇਹ ਜਿਹੜੇ ਟਿਕਟੋਕ ਤੇ ਨਸ਼ੇ ਭੱਜੇ ਫਿਰ ਰਹੇ ਨੇ, ਇਹਨਾਂ ਦੀ ਤਾਂ ਕੋਈ ਹੈਸੀਅਤ ਨਹੀਂ ਹੈ ਨਾ ਜਮਾਤ ਦੀ। ਤਲਤ ਮਲਕ ਸਾਹਿਬ ਨਾਲ ਬਹੁਤ ਹੋਈ ਹੈ, ਤੇ ਨਾਸਰ ਸਾਹਿਬ ਨਾਲ ਬਹੁਤ ਹੀ ਹੋਈ। ਤਲਤ ਮਲਕ ਹੈਗੇ ਨੇ, ਉਸ ਤੋਂ ਬਾਅਦ ਕੀ ਨਾਮ ਹੈ, ਨਾਸਰ ਅਹਿਮਦ ਸਾਹਿਬ ਨੇ, ਜਿਨ੍ਹਾਂ ਨਾਲ ਬਹੁਤ ਜ਼ਿਆਦਾ ਗੱਲ ਹੋਈ ਹੈ। ਲੇਕਿਨ ਖੈਰ ਇਹ ਕੋਈ ਮੁਅੱਲਮ ਤਾਂ ਨਹੀਂ ਹੈ ਨਾ, ਇਹ ਕੋਈ ਜਮਾਤ ਦੀ ਤਰਫੋਂ ਆਥੋਰਾਈਜ਼ਡ ਬੰਦੇ ਤਾਂ ਨਹੀਂ ਹੈ ਨਾ। ਤੇ ਜਮਾਤ ਅਨੁਸਾਰ ਟਿਕਟੋਕ ਤੇ ਕੋਈ ਵੀ ਆਥੋਰਾਈਜ਼ਡ ਨਹੀਂ ਸੀਗਾ। ਨਹੀਂ ਹੈ ਵਾ, ਇੱਕ ਤੁਹਾਡਾ ਬੰਦਾ ਆਇਆ ਸੀਗਾ ਮੁਰੱਬੀ, ਸ਼ਾਹਿਦ ਨਾਮੀ, ਉਹਨੂੰ ਆਖਿਆ ਸੀਗਾ ਨਹੀਂ, ਉਹਨੇ ਨਾ ਉਹ ਤਸਵੀਰ ਲਾਈ ਹੋਈ ਹੈ ਪਿੱਛੇ ਉਹਦਾ ਨਾ ਭਾਈ ਆਂਦਾ ਤੇ ਹੈ ਮੈਂ ਮੁਰੱਬੀ ਹਾਂ। ਹੁਣ ਇੱਕ ਬੰਦਾ ਮੂੰਹ ਕਹਿੰਦਾ ਮੈਂ ਮੁਰੱਬੀ ਹੈਗਾ। ਸਰ ਜੀ ਮੇਰੀ ਗੱਲ ਸੁਣ ਲਓ, ਉਹ ਮੁਰੱਬੀ ਹੈ ਸੀ, ਉਹ ਰਿਟਾਇਰ ਹੋ ਗਏ ਹੋਏ ਨੇ, ਬਿਲਕੁਲ ਮੁਰੱਬੀ ਹੁਣ ਕੋਈ ਨਹੀਂ, ਰਿਟਾਇਰ ਹੋ ਗਏ ਨੇ, ਡਿਊਟੀ ਨਹੀਂ ਕਰ ਰਹੇ। ਹਾਂਜੀ, ਅੱਛਾ, ਮਤਲਬ ਤੁਹਾਡੇ ਆਲਮ ਵੀ ਰਿਟਾਇਰ ਹੁੰਦੇ ਨੇ ਇੱਕ ਟਾਈਮ ਤੋਂ ਬਾਅਦ? ਹਾਂਜੀ ਹਾਂਜੀ ਬਿਲਕੁਲ। ਨਹੀਂ, ਉਹਨਾਂ ਨੇ ਮੈਂ ਆਖਿਆ ਸੀਗਾ, ਉਹਨਾਂ ਦੇ ਸਾਹਮਣੇ ਮੌਜੂ ਵੀ ਰੱਖਿਆ ਸੀਗਾ, ਉਹਨਾਂ ਨੂੰ ਆਖਿਆ ਸੀ ਇਹਦੇ ਉੱਤੇ ਗੱਲ ਕਰਨੀ ਹੈ। ਨਾਲ ਹੀ ਉਹਨਾਂ ਦਾ ਕੋਈ ਜਿਹੜਾ ਉਹ ਚੇਲਾ ਬੈਠਾ ਸੀ, ਉਹਨਾਂ ਨੇ ਕਿਹਾ ਨਹੀਂ ਇਹਨਾਂ ਨਾਲ ਗੱਲ ਨਹੀਂ ਕਰਨੀ, ਤੁਸੀਂ ਮਿਰਜ਼ਾ ਸਾਹਿਬ ਦੀ ਇਕਤਬਾਸ ਪੜ੍ਹੋ। ਨਾਲ ਹੀ ਨਾਸਰ ਅਹਿਮਦ ਸਾਹਿਬ ਕਹਿੰਦੇ ਜੀ ਇਕਤਬਾਸ ਪੜ੍ਹਨੀ ਹੈ। ਥੱਲੋਂ ਵੀ ਵਿਕਾਸ ਜੇ ਵੇਖੇ ਨਾ, ਮੇਰੇ ਜ਼ਹਿਨ ਵਿੱਚ ਆ ਰਿਹਾ ਸੀਕਰ ਨਾਲ ਹੋਈਏ, ਇਹਦੇ ਨਾਲ ਖਲੀਫਾ ਵਕਤ ਨਾਲ ਹੋਈਏ। ਹਾਂ, ਸੀਕਰ ਬੇਸ਼ੁਮਾਰ ਸਿਟਿੰਗ ਖਲੀਫਾ ਵਕਤ ਨਾਲ ਹੋਈਆਂ ਨੇ, ਬੇਸ਼ੁਮਾਰ ਸਿਟਿੰਗ। ਉਹ ਕਿੱਥੇ ਨੇ ਸਰਕਾਰੀਆਂ ਨਾਲ ਅਗਰ ਬਨਿਸਬਤ ਵੇਖੋ ਤਾਂ ਸਰਕਾਰੀਆਂ ਨਾਲ ਬਹੁਤ ਜ਼ਿਆਦਾ ਡਿਸਕਸ਼ਨ ਹੋਈ ਹੈ। ਅਲੀ ਅਕਬਰ ਸਾਹਿਬ ਤੁਹਾਡੀ ਪ੍ਰੋਫਾਈਲ ਤੇ ਕਿੱਥੇ ਲੱਗੀਆਂ ਹੋਈਆਂ, ਮੈਂ ਚੈੱਕ ਕਰਨੇ ਨਹੀਂ ਨਜ਼ਰ ਆ ਰਹੀਆਂ। ਇੱਕ ਸੈਕਿੰਡ, ਤੁਸੀਂ ਇਲਾਮਾ ਨਾਦਰ ਸਾਹਿਬ ਕੋ ਤਸ਼ਰੀਫ ਲੈ ਕੇ ਗਏ ਹੋ, ਉਹਨਾਂ ਨੇ ਕੋਈ ਜਵਾਬ ਦਿੱਤਾ ਤੁਹਾਨੂੰ? ਹਾਂਜੀ, ਨਾਦਰ ਨਾਲ ਬਿਲਕੁਲ ਗੱਲ ਹੋਈ ਹੈ, ਪਰ ਇਤਨੀ ਹੋਈ ਹੈ ਕਿ ਭਾਈ ਅੱਗੇ ਗੱਲ ਨਹੀਂ ਹੋ ਸਕਦੀ। ਤਾਂ ਜਿਹੜਾ ਵੇ ਨਾ, ਜਿਸ ਤਰ੍ਹਾਂ ਗੱਲ ਸ਼ੁਰੂ ਨਹੀਂ ਹੁੰਦੀ ਪੋਲੀ ਜੀ ਤੇ ਅੱਗੋਂ ਮਾਮਲਾ ਖਤਮ ਹੋ ਜਾਂਦਾ। ਨਹੀਂ ਇਹਨਾਂ ਥੱਲੇ ਇਸ ਤਰ੍ਹਾਂ ਗੱਲ ਨਹੀਂ ਅੰਸਰ ਰਜ਼ਾ ਸਾਹਿਬ ਨਾਲ ਹੋਈ ਹੈ। ਦੇਖੋ ਗੱਲ ਇਸ ਤਰ੍ਹਾਂ ਨਹੀਂ ਹੁੰਦੀ ਕਿ ਅਸੀਂ ਜਾ ਕੇ ਸਿਰਫ ਸਵਾਲ ਕਰੀਏ, ਉਹਨਾਂ ਦਾ ਜੋ ਦਿਲ ਕਰੇ ਜਵਾਬ ਦੇ ਕੇ ਥੱਲੇ ਲਾ ਦੇਣ। ਇਸ ਤਰ੍ਹਾਂ ਕਮਾਲਾਤੇ ਇਸਲਾਮ ਸਾਹਿਬ ਮੇਰੇ ਜ਼ਹਿਨ ਚ ਆ ਗਏ ਨੇ, ਮੇਰੀ ਵੀ ਬੜੀ ਦਫਾ ਹੋਈ। ਹਾਂ, ਉਹਨਾਂ ਨਾਲ ਗੱਲਬਾਤ ਹੋਈ ਹੈ, ਸਿਟਿੰਗ ਹੋਈ ਹੈ ਅੱਛੇ ਤਰੀਕੇ ਨਾਲ। ਉਸ ਤੋਂ ਇਲਾਵਾ ਜ਼ਹਿਨ ਮੇਰਾ ਹੁਣ ਦੌੜ ਰਿਹਾ ਥੋੜਾ ਥੋੜਾ
وہ آ جان دے نا یار پر اگر تسی ترازو چ رکھو تے جماعت احمدیہ دے کر لو. میرا ایک کوشچن ہے بھگوان، میرا ایک کوشچن ہے. کل مجھے آئی ڈونٹ نو، میں نے تو اتنا زیادہ نہیں دیکھا مگر یہ پتہ چلا کہ لوگ بات نہیں کر رہے. مجھے لگتا ہے کہ ان کا بھی کل جس طرح میرا ایک چھوٹا سا ایکسپیرینس رہا ہے، اس طرح کے ایکسپیرینس ہوں یا دیکھا ہو. کل ایک چھوٹا سا سوال ہوا اور اس سوال کی ایکسپلینیشن حد الوسع جتنی ہو سکتی تھی وہ کر دی. وہ کمپلیٹ پوائنٹ آف ویو تھا. اس میں سے ایک ذکر آپ نے بھی کیا اور میں نے آپ کا بھی جزاک اللہ کیا کہ جزاک اللہ، یہ بڑا اچھا آپ نے بتایا، اس سے بھی مزید سمجھنے میں مدد ملے گی. جب وہ آنسر ہو گیا اس کے بعد ایک بندہ وہیں پہ ہی اٹکا رہے، کھڑا رہے، اور اس کو پھر کتنی دیر تک پرولونگ کر سکتا ہے انسان؟ کیونکہ ایک بات جو ہونی تھی وہ تو ہو ہی گئی. اور بنی اسرائیل صاحب بھی ہر ٹرم میں ایک ہی بات اگین اینڈ اگین رپیٹ کر ہی جا رہے ہیں، جس کا آنسر ہو چکا ہے. مختلف اینگل سے سیم ہی بات ہو رہی ہے. جب ان کی ٹرن آتی ہے وہ بھی وہی بات. چلو چھڑ دیو، کل والی گل نہیں کر رہے کہ تو میں سمجھنے کے لیے چل رہی ہے کہ پوری بات یہ ہاں اس سارے پروسیجر کو سمجھنے کی کوشش کر رہا ہوں کہ ایسی سچویشن میں جس کو پتہ ہو اور وہ ایکسپیرینس کر چکا ہو، وہ بات کر کے کرے گا کیا؟ حاصل کیا ہونے والا ہے؟ صرف صرف وہ اندر کی ایک ہے کیا کہتے ہیں، روح کو سکون دینا بس. میں آپ کی بات سمجھ گیا ہوں محمد احمد بھائی. آپ جو چیز ایکسپیرینس کر رہے ہیں نا وہ کر رہے ہیں ابھی بالکل. مجھے اس میں کوئی مسئلہ نہیں کہنے میں کہ جو بنی اسرائیل صاحب ہے نا ابھی تو صرف اور صرف مخالفت کر رہے ہیں، کھلی ڈلی مخالفت کر رہے ہیں، اس میں کوئی دوسری رائے نہیں. اور بیچ میں ضد اور انا بھی لے آتے ہیں ساتھ ساتھ، یہ فطرتی عمل ہے. لیکن جب ہم شروع میں بات یا گفتگو کرتے تھے نا، ہم نے آج تک یہ جو اعتراض ہم ابھی کر رہے ہیں، یہ قرآن میں کدھر لکھا ہے، وہ قرآن میں کدھر لکھا ہے، ہم نے آج تک اس ڈسکشن میں کبھی روحانی خزائن کا کھولا ہی نہیں، حوالہ بھی نہیں کھولا تک. لیکن جس تو ہے ہی نا بات، نہیں ان سے بھی نہیں، احمدیوں کے ساتھ بھی صرف اور صرف قرآن پہ بات ہوتی تھی ہماری. یہ احمدی گواہی دے دیں گے اس چیز کی کہ ہم نے کبھی روحانی خزائن پہ مرزا صاحب کی شادیاں کتنی، مرزا صاحب کے بچے کتنے، فلانا انعام لے کے آیا، ایمان لے کے آیا، نہیں، ان موضوعات کو کبھی نہیں چھیڑا. ابھی جب قرآن پہ بات ہی نہیں ہو رہی کوئی کسی قسم کا، اور اوپر سے اس طرح فرسٹریٹ کر دیا، اور اسی بندے کو وہ کہتے تھے کہ یہ بہت عالم بندہ ہے، بڑی اچھی طرح بات کرتا ہے، بڑی اچھی، اسی بندے کو آگے سے برا بھلا کہہ رہے ہیں. تو وہ بھی فرسٹریشن میں انسانی فطرت ہے. ابھی تو کھلی ਮੈਨੂੰ ਤੁਸੀਂ ਇਹ ਦੱਸੋ ਪਿਛਲੇ ਦਿਨੋਂ ਤੱਲਾ ਸਾਹਿਬ ਦੀ ਬਰੌੜ ਤੇ ਬਹਿ ਕੇ 12 ਬਾਰ ਬਾਕੀ ਦੀਗਰ ਜਗ੍ਹਾ ਤੇ ਬਰੌੜ ਤੇ ਬਹਿ ਕੇ ਅਹਿਮਦੀ ਮੈਨੂੰ ਕਹਿੰਦੇ ਨੇ ਕਿ ਮੈਂ ਸ਼ਾਦਬੀਅਤ ਕੀਤੀ ਹੈ. ਮੈਂ ਆਨਾ ਕਿ ਕੋਈ ਉਹਦਾ ਕੋਈ ਤਾਂ ਚਲੋ ਠੀਕ ਹੈ ਤੁਸੀਂ ਇਲਜ਼ਾਮ ਲਾਤਾ ਹੈ, ਉਹਦਾ ਕੋਈ ਪ੍ਰੂਫ ਵੀ ਤਾਂ ਦਿਓ ਨਾ, ਮੇਰੀ ਵੀ ਕੋਈ ਰਿਕਾਰਡਿੰਗ ਪੇਸ਼ ਕਰੋ ਤਾਂ ਕਿ ਮੈਨੂੰ ਵੀ ਮੌਕਾ ਦਿਓ ਤੋਬਾ ਕਰਨ ਦਾ. ਮੈਂ ਵੀ ਆਪਣੀ ਤੋਬਾ ਜਿਹੜੀ ਹੈ ਅਲਾਨੀਆਂ ਬਹਿ ਕੇ ਆਖਾਂ ਕਿ ਹਾਂਜੀ ਇਹ ਮੇਰੇ ਕੋਲੋਂ ਗਲਤੀ ਹੋਈ ਹੈ, ਮੈਂ ਇਹਦੀ ਮਾਜ਼ਰਤ ਕਰਦਾ. ਬਿਲਾ ਵਜ੍ਹਾ ਜਿਹੜਾ ਇਲਜ਼ਾਮ ਹੈ ਫਰਸਟ੍ਰੇਸ਼ਨ ਦਿੰਦਾ ਤੁਹਾਨੂੰ. ਮੈਂ ਜੋ ਤੁਹਾਨੂੰ ਕਹਿਣਾ ਸ਼ੁਰੂ ਕਰ ਦਵਾਂ ਔਰ ਤੁਸੀਂ ਉਹ ਕੰਮ ਕੀਤਾ ਨਾ ਹੋਵੇ. ਬਨੀ ਸਰ ਭਾਈ ਮਸਲਾ ਇਹ ਕਿ ਜਿਨ੍ਹਾਂ ਨੇ ਕਿਹਾ ਨਾ ਉਹ ਆਪਣੇ ਜਵਾਬ ਦੇਣੇ. ਮੈਂ ਤੇ ਸ਼ਾਤਮ ਜਿਹੜੇ ਇਧਰੋਂ ਫਤਵਾ ਲਾਇਆ ਨਾ ਕਿਸੇ ਨੇ ਸ਼ਾਤਮੀਅਤ ਦਾ ਸਾਡੇ ਵੱਲੋਂ ਵੀ ਜਾਂ ਉਧਰੋਂ ਇਧਰ ਨੂੰ ਲੱਗਾ, ਅਸੀਂ ਦੋਵਾਂ ਦੇ, ਮੈਂ ਕਮ ਸੇ ਕਮ ਦੋਵਾਂ ਦੇ ਖਿਲਾਫ ਹਾਂ ਕਿ ਇਹਨਾਂ ਨੂੰ ਕੋਈ ਰਾਈਟ ਨਹੀਂ ਦੋਵਾਂ ਪਾਰਟੀਆਂ ਨੇ ਇੱਕ ਦੂਸਰੇ ਦੇ ਸ਼ਾਤਮੀ ਦੇ ਫਤਵੇ ਲਾਉਣ ਦੀ. ਇਹ ਹੁੰਦੇ ਕੌਣ ਨੇ, ਇਹਨਾਂ ਦੀ ਔਕਾਤ ਕੀ, ਇਹਨਾਂ ਦੀ ਹੈਸੀਅਤ ਕੀ ਹੈ ਕਿ ਇੱਕ ਚੰਗੇ ਭਲੇ ਬੰਦੇ ਨੂੰ ਬਹਿ ਕੇ ਤੇ ਕਾਫਰ ਕਹਿ ਦੇਣ, ਸ਼ਾਤਮ ਕਹਿ ਦੇਣ, ਇਖਰਾਜ ਕਰ ਦੇਣ, ਠੀਕ ਹੈ. ਇਹ ਨਾ 3 ਚੋਂ ਨਾ 13 ਚੋਂ ਤੇ ਇੱਥੇ ਬਹਿ ਕੇ ਟਿਕਟੋਕ ਤੇ ਬਹਿ ਕੇ ਕਹਿਣ ਕਿ ਬਨੀ ਇਸਰਾਈਲ ਨੇ ਸ਼ਾਤਮੀਅਤ ਕਰਤੀ, ਅਲੀ ਅਕਬਰ ਨੇ ਕਰ ਦਿੱਤੀ, ਬਾਸਟਿਕ ਨੇ ਕਰ ਦਿੱਤੀ, ਸ਼ਾਰਪ ਸ਼ੂਟਰ نے کر ਦਿੱਤੀ. وہ ਤੁਹਾਡੀ ਆਪਣੀ حیثیت کی ہے؟ اس وجہ جو محمد احمد صاحب نے بات کی ہے اس کا مقصد صرف میں یہ ان کو بتانا چاہ رہا تھا کہ یہ اس طرح نہیں تھا محمد احمد بھائی، یہ متنفر کیا گیا ہے. ایسی بار بار باتیں کر کے، براڈیں لگا کے، فوٹویں لگا کے، یہ بار بار کر کے متنفر کیا گیا. جب اتنا متنفر کر دیا اس کے بعد کہتے ہیں یار وہ تم نہیں رہے، وہ اس طرح کے بندے نہیں رہے تم نا. یہ ایشو چل رہا ہے، حالانکہ اس طرح کی بات ہرگز نہیں تھی. اور مذہبی معاملات میں کیا ہوتا ہے کہ کوئی خاص دو تین کریں، اس کا خمیازہ پوری کمیونٹی کو پھر بھگتنا پڑتا ہے. آپ یہ دیکھیں کہ میں صرف براڈ کے نیچے سے ہی گزرتا تھا، مطلب لائیو چیک کر رہا ہوتا تھا، صرف براڈ کے نیچے سے گزرنا اور اوپر بیٹھ کے احمدی مجھے گالیاں دینی شروع کر دیتے تھے. یہ شاتم رسول ہے، یہ فلاں ہے، یہ اپنے گندے نطفے کا ہے، حرامدہ ہے، یہ ہے وہ ہے.
सिर्फ गुजर रहा हूँ, कोई बात नहीं हुई। और जब बात हुई है, बात का इख्तिताम गालियों पे है, तेरी माँ दी तो तेरी भैन दी। ਅੱਛਾ ਇਸਰਾਇਲ ਭਾਈ ਮੈਨੂੰ ਗੱਲ ਯਾਦ ਆਈ ਹੈ, ਅਕਬਰ ਭਾਈ ਨੇ ਕਿਹਾ ਕਿ ਮੈਂ ਕਿ ਆਖਦੇ ਨੇ ਕਿ ਨਜ਼ੀਰ ਸਾਹਿਬ ਨਾਲ ਗੱਲ ਕਰਨਾ ਚਾਹੁੰਦਾ ਵਾਂ, ਤੇ ਮੈਂ ਕਿ ਆਖਦੇ ਨੇ ਜੋ ਵੀ ਕਿਹਾ ਇਹਨਾਂ ਤੁਰਾ ਦੇ ਮੈਂ ਵਾਪਸ ਲੈਣਾ ਆਪਣੇ। ਤੇ ਤੁਸੀਂ ਆਪਣੇ ਕਹੋਗੇ ਕਿ ਆਪਣੇ ਨਜ਼ੀਰ ਸਾਹਿਬ ਨੂੰ, ਮੌਲਾਨਾ ਨਜ਼ੀਰ ਸਾਹਿਬ ਨੂੰ ਕਹੋ ਕਿ ਅਮਰ ਨਜ਼ੀਰ ਸਾਹਿਬ ਨੂੰ ਕਿ ਭਾਈ ਅਕਬਰ ਨੇ ਆਹ ਗੱਲ ਕਹੀ ਹੈ, ਤੇ ਤੁਸੀਂ ਵੀ ਅੱਜ ਤੋਂ ਬਾਅਦ ਗਾਲੀ ਸ਼ਾਲੇ ਕਰਦੇ ਜਿਹੜੀਆਂ ਸ਼ਾਤਮੀਆਂ ਕਰਦੇ ਹੋ ਇਹ ਛੱਡ ਦੇਵੋ ਹੁਣ। ਦੇਖੋ ਗੱਲ ਪਤਾ ਕੀ ਹੈ, ਇਹ ਗੱਲ ਪਹਿਲੇ ਵੀ ਮੈਂ ਇੱਥੇ ਆ ਕੇ ਕਰ ਚੁੱਕਿਆ ਹਾਂ। ਇਹ ਜਿਹੜੇ ਅਲਫਾਜ਼ ਨੇ ਨਾ ਕਜ਼ਾਬ ਔਰ ਦਜਾਲ, ਅਗਰ ਤੁਸੀਂ ਇਹਨੂੰ ਕਹਿੰਦੇ ਹੋ ਗਾਲੀ, ਤੇ ਇਹ ਹੈਗਾ ਉਹਨਾਂ ਦੇ ਈਮਾਨ ਦਾ ਹਿੱਸਾ ਕਿ ਉਹ ਹਰ ਉਸ ਸ਼ਖਸ ਨੂੰ, ਚਾਹੇ ਉਹ MSR ਚੀਮਾ ਹੈ, ਚਾਹੇ ਉਹ ਬਹਾਉਲਾ ਇਰਾਨੀ ਹੈ, ਚਾਹੇ ਉਹ ਮੁਸਲਮਾਨ, ਜਿਹੜਾ ਵੀ ਬੰਦਾ ਜਿਹਦਾ ਵੀ ਦਾਵਾ ਮੌਜੂਦ ਹੈ ਨਬੀ ਹੋਣ ਦਾ, ਉਹ ਸਾਰਿਆਂ ਦੇ ਵਾਸਤੇ ਉਹਨਾਂ ਦਾ ਅਕੀਦਾ ਈਮਾਨ ਦਾ ਹਿੱਸਾ ਹੈ। ਜਿਸ ਤਰ੍ਹਾਂ ਤੁਹਾਡੇ ਈਮਾਨ ਦਾ ਹਿੱਸਾ ਨਾ, ਤੁਸੀਂ ਕਹਿੰਦੇ ਹੋ ਮਸੀਹ ਮਊਦ ਅਲੈਹਿਸਸਲਾਤੁ ਵਸਲਾਮ, ਤੁਸੀਂ ਉਹਨਾਂ ਤੇ ਸਲਾਮਤੀ ਭੇਜਦੇ ਹੋ, ਇਸੇ ਤਰ੍ਹਾਂ ਲਾਨਤ ਤੇ ਝੂਠਾ ਤੇ ਮੁਫਤਰੀ ਕਹਿਣਾ ਉਹਨਾਂ ਦੀ ਈਮਾਨ ਦਾ ਵੀ ਹਿੱਸਾ ਹੈ। ਕਿਸੇ ਦੇ ਈਮਾਨ ਦਾ ਹਿੱਸਾ ਤੁਸੀਂ ਉਹਨਾਂ ਕੋਲ ਆਰਕਿਊ ਸਾਹਿਬ, ਆਰਕਿਊ ਭਾਈ 1 ਮਿੰਟ ਯਾਰ, 1 ਮਿੰਟ ਭਾਈ, ਤੁਹਾਡੀ ਆਵਾਜ਼ ਇਹ ਜਿਹੜੀ ਗੱਲ ਹੈ ਨਾ, ਗਾਲੀ ਪਤਾ ਕਿਦੋਂ ਆਉਂਦੀ ਹੈ? ਗਾਲੀ ਉਦੋਂ ਆਉਂਦੀ ਹੈ ਜਦੋਂ ਤੁਸੀਂ ਆਖੋ ਤੇਰੇ ਮਿਰਜ਼ਾ ਦੀ ਇਹ ਭੈਣ ਦੀ, ਤੇਰੀ ਮਿਰਜ਼ਾ ਦੀ ਮਾਂ ਦੀ, ਤੇਰੇ ਮਿਰਜ਼ਾ ਦੇ ਪਿਓ ਦੀ, ਤੇਰੇ ਮਿਰਜ਼ਾ, ਇਹ ਹੁੰਦੀ ਹੈ ਗਾਲੀ। ਲੇਕਿਨ ਇਹ ਜਿਹੜੇ ਅਲਫਾਜ਼ ਨੇ ਨਾ, ਇਹ ਉਹ ਫਤਵਾ ਇਸ ਤਰ੍ਹਾਂ ਲਾਉਂਦੇ ਨੇ ਕਿ ਇਹ ਹਦੀਸ ਦੇ ਵਿੱਚ, ਕੁਰਾਨ ਦੇ ਵਿੱਚ ਮੁਫਤਰੀ ਨੂੰ ਕਜ਼ਾਬ ਕਿਹਾ ਹੈ, ਦਜਾਲ ਕਿਹਾ ਗਿਆ ਹੈ। ਇਸ ਬੇਸ ਤੇ ਉਹ ਕਹਿੰਦੇ ਨੇ ਕਿ ਸਾਡੇ ਈਮਾਨ ਦਾ ਹਿੱਸਾ ਹੈ। ਕੁਰਾਨ ਦੇ ਵਿੱਚ, 1 ਸੈਕਿੰਡ ਬਨਿਸਰੀ ਸਾਹਿਬ, 1 ਸੈਕਿੰਡ ਮੌਕਾ ਦੇ ਦਿਓ। ਕੁਰਾਨ ਦੇ ਵਿੱਚ ਮੁਫਤਰੀ ਨੂੰ ਕਜ਼ਾਬ ਕਿਹਾ ਗਿਆ, ਠੀਕ ਹੈ, ਜਿਹੜਾ ਝੂਠ ਹੈ ਨਾ, ਸੱਚੇ ਨਹੀਂ ਕਿਹਾ ਗਿਆ। ਨੰਬਰ 1 ਉਹ ਆਪਣਾ ਦਿੰਦੇ ਨੇ, ਆਪਣਾ ਜਿਹੜਾ ਈਮਾਨ ਜਾਂ ਆਪਣਾ ਅਕੀਦਾ ਦੱਸਦੇ ਨੇ, ਉਹ ਹਦੀਸ 'ਚ ਦੱਸਦੇ ਨੇ। ਤੇ ਉਹ ਹਦੀਸ ਕਿਹੜੀ ਐਸੀ ਮੌਜੂਦ ਹੈ ਜਦੋਂ ਦੱਸ ਦਿਓ ਜਿਹਦੇ ਵਿੱਚ ਇਹ ਵੇ ਕਿ ਜਨਾਬ ਜੀ ਝੂਠਾ ਤੇ ਕਜ਼ਾਬ ਕਿਹਾ ਗਿਆ, ਦੱਸ ਦੇਣ ਜ਼ਰਾ। ਮੈਂ ਤਾਂ ਅੱਗੇ ਇੱਕ ਦਫਾ सलासूना व कज़्ज़ाबूना, ਇਹਦਾ ਮਤਲਬ ਕੀ ਹੈ? तकरीबन 30 के करीब जो है वो झूठे हैं। तकरीबन कितने लिखे है विच? ये इसी पूरी हदीस पर अगर कहते हैं तो मैं हवाला लगा देता हूँ। हाँ, पूरी पढ़ दे, हवाला पढ़ दे, पूरी पढ़। वो हदीस का जो मफहूम है ना, वो ये है कि क़यामत को छोड़ दें। सर आप कल यही कह रहे थे कि ये अल्फाज कुरान के नहीं हैं, ये जो अल्फाज लिखे होती है, मतलब आपकी बात हो रही थी ना, आप कह रहे थे ए लफ्ज़ विच ना पाओ, इबारत जो लिखी ओ पढ़ो, मफहूम शबूम छड्डो, ओ इबारत दसो, उस विच अकीदा साबित करे। भाई तुसी मेरी गल सुनो ना, मेरी गल सुनो, मैं तो इस गल्लों साबित करा कि मैं उन्हों ऑन करदा हूं। तुसी ना पेश करो, फिर उन्हों पेश करें, उन्हों जाके पूछो कि कितने पे ये अकीदा लिखे है। कुरान में ये लिखा हुआ है, कज़ाब का वर्ड आया, मुफ्तरी का वर्ड आया। मैं तो वो कह रहा जो तो झूठा साबित होएगा तुम तो झूठा कहांगे ना। ये दस दिन नबी पाक दा फरमान है, वो फरमान मैं पूछ रहा किथे वे? कुरान पूरा नबी दा फरमान ही है, इन्ना लक़ौलु रसूलिन करीम। सरकार उत्थे वो ते मैं कह रहा कुरान च लिखिया है, लेकिन झूठा एक बंदा ਜਿਹੜਾ ਨਹੀਂ ਝੂਠਾ ਉਹਨੂੰ ਝੂਠਾ ਕਹੇ ਜਣੇ। ਕੁਰਾਨ ਕਿੱਥੇ ਕਹਿੰਦਾ? ਭਾਈ ਤੁਸੀਂ ਮੁਸਲਮਾਨ ਨੂੰ ਵੀ ਸੱਚਾ ਕਹਿ ਸਕਦੇ ਹੋ। ਮੇਰੀ ਨਜ਼ਰ ਵਿੱਚ ਝੂਠਾ ਹੈ, ਮੇਰੇ ਇਮਾਨ ਦਾ ਹਿੱਸਾ ਹੈ, ਉਹਨੂੰ ਝੂਠਾ ਕਹਿਣਾ। ਮੈਂ ਉਹ ਗੱਲ ਨਹੀਂ ਕਰ ਰਿਹਾ। ਤੁਸੀਂ ਇਲਾਮਾ ਅਮਨ ਨਜ਼ੀਰ ਸਾਹਿਬ ਨੂੰ, ਜਿੱਥੇ ਇਹਨਾਂ ਦੇ ਜਿੰਨੇ ਮੁਸਲਮਾਨ, ਇਲਾਮਾ ਸਾਹਿਬ ਨੂੰ ਤੇ ਫਿਲਹਾਲ ਮੈਂ ਦੱਸਣਾ कि मेरा अकीदा। आप मुसलमान का जिक्र कैसे कर सकते हो? आप तो मानते नहीं हदीस का कोई वजूद ही नहीं, कुछ भी नहीं, तो आपको मुसलमान कैसे याद आता है? मैं कह रहा हूँ तो है ही नहीं, जितने लोगों का, बात सुनना, मैंने कहा जितने लोगों का दावा मौजूद है, उनका दावा मौजूद है, उनका दावा मौजूद है। कुरान में मौजूद ही नहीं है, तो उनका दावा हो ना हो आपके लिए तो वो एक कुछ भी नहीं है। तो अगर कोई शख्स मेरे सामने आके ये कहे कि मुसलमान सच्चा है, मैं कहूँगा, मेरे ईमान का तकाजा ये है कि मैं कहूँगा वो झूठा है, कज़ाब है। अरे कैसे कह सकते हैं? आपको कैसे पता है? वो कैसे इसलिए कह सकते हैं कि उसका जिक्र कुरान में नहीं है। उसका जिक्र कुरान मजीद में नहीं, तो आप उसको झूठा कह देंगे? हाँ बिल्कुल। ले आए कोई ऐसा आपका है, कोई नबी ले आए जिसका जिक्र कुरान में नहीं है। मैं कॉल सुन के आया। हाँ, उसका ले आए जिक्र। आप कॉल सुनने चले, शुरू हो जाएगी। अच्छा मुझे बताएं, आपने कहा था कि जी वो ये कहते हैं कि भाई साहब वो सलासूना कज़्ज़ाबूना। जब मैंने पूछा सलासूना कज़्ज़ाबूना तकरीबन किधर था, फौरी कुरान पे चले गए ना। जब कुरान पे गए तो साथ ही हदीस पे मुसलमा कज़्ज़ाब पे आ गए हैं। ये काम ना कीजिए। वो जब भी मैंने लोगों को सुना है ना, जितने भी इनके इम्तियाज़ वहाब अलैहिस्सलाम हो गए, या दूसरे अदनान रशीद अलैहिस्सलाम हो गए, ये सारे इन लोगों सब ने पढ़ी है वैसे वो हदीस?
सुन ले सर प्यारे भाई, उसको छोड़ दें, पढ़ी या नहीं पढ़ी। मैंने कहा नहीं पढ़ी, मैं खोल लेता हूँ ना, ताकि आप ये खोल डाउट भी लीजिए, क्लियर हो जाए कि तकरीबन आया है या नहीं आया। मैंने आपसे अर्ज की थी कि आप खोल दीजिए, लगा दीजिए सामने। चलो मैं एक मिनट लेके आपने आता दो हूँ। लफ्ज बोले थे, सलासूना कज़्ज़ाबूना, मैंने वहां से पूछा था कि तकरीबन किधर इधर ना। जी मैं हदीस ही ले आता हूँ, 1 मिनट। जी जी जी, बहुत शुक्रिया सर। ਹੁਣ ਐਂਟੀ ਭਗਵਾਨ ਅੱਜ ਬਣਾ ਇਸਰੀ ਨੂੰ ਬਚਾ ਲਈ ਫਸ ਗਈ ਖੈਰ ਨਾ। ਮੈਂ ਮਸਾ ਉਹਨੂੰ ਠੰਡਿਆਂ ਕਰਨਾ, ਤੁਸੀਂ ਫੇਰ ਉਹਨੂੰ ਨਵੇਂ ਪਾਸੇ ਜੋੜ ਛੱਡਦੇ ਹੋ। ਅਸੀਂ ਉਹ ਆਪਣੇ ਤੇ ਗੱਲ ਲੈ ਜਾਂਦਾ, ਮਸਲਾ ਐਵੇਂ ਨਾ, ਅਸੀਂ ਗੱਲ ਕਰ ਰਹੇ ਹਾਂ ਸਰਕਾਰ ਉੱਧਰ। ਰੋਲਾ ਤੇ ਹੈ, ਬਿਲਕੁਲ ਸਹੀ ਕਹਿ ਰਹੇ। ਹਾਂ, ਉਹ ਆਪਣੇ ਤੇ ਗੱਲ ਲੈ ਗਿਆ, ਉਹ ਖੁਦ ਸਾਹਮਣੇ ਆ ਜਾਂਦਾ, ਇਹ ਲਿਖਿਆ। ਅਸੀਂ ਗੱਲ ਉਧਰ ਕਰ ਰਹੇ ਹਾਂ ਕਿ ਭਾਈ ਜੀ ਉਹ ਜਿਹੜੇ ਨੇ ਉਹਨਾਂ ਨੇ ਉਹ ਪਹਿਲੇ ਉਧਰ ਦੀ ਗੱਲ ਕਰਕੇ ਫੌਰੀ ਆਪਣੇ ਤੇ ਲੈ ਲਿੱਤੀ ਹੈਗੀ ਹੁਣ, ਕਿ ਨਹੀਂ ਹੁਣ ਮੈਂ ਗੱਲ ਕਰਾਂਗਾ ਜੀ। ਹਾਲਾਂਕਿ ਅਸੀਂ ਨੇ ਕਿਹਾ ਕਿ ਭਾਜੀ ਤੁਹਾਡਾ ਲੈਣੇ ਦੇਣੇ ਨਹੀਂ ਹੈਗਾ, ਮੁਹੰਮਦ ਮਸਲ ਹੁਣ ਇਹ ਤੇ ਕਿਹਾ ਵੀ ਤੁਹਾਡਾ ਕੀ ਲੈਣਾ ਦੇਣਾ ਇਸ ਗੱਲ ਦੇ ਨਾਲ। ਦੇਖੋ ਕਹਿੰਦੇ ਨਹੀਂ ਮੈਂ ਲੈ ਕੇ ਆਵਾਂਗਾ, ਮੈਂ ਕਰਾਂਗਾ, ਇਹੀ ਤੇ ਮੇਨ ਮਸਲਾ ਹੈਗਾ। ਉਹ ਫਿਰ ਕਹਿੰਦੇ ਮੈਂ ਥੱਲੋਂ ਲੰਘਣਾ ਗਾਲਾਂ ਕੱਢਦੇ ਨੇ, ਐਸੇ ਵਾਸਤੇ ਕੱਢਦੇ ਨੇ ਉਹ ਜਿਹੜਾ ਦੂਸਰਾ ਉਲਮਾਏ ਕਰਾਮ ਦਾ ਜਿਹੜਾ ਗਰੁੱਪ ਹੈਗਾ। ਤੁਸੀਂ ਯਾਰ ਐਂਟੀ ਕਲਟਰ ਨੂੰ ਥੱਲੇ ਮੋਹਨ ਸਾਹਿਬ ਬੈਠੇ ਨੇ ਨਾ, ਕਿੰਨੇ ਸੁੱਟਿਆ ਯਾਰ ਐਂਟੀ ਕਲਟਰ ਨੂੰ, ਯਾਰ ਉਹਨਾਂ ਗੱਲ ਕਰਨੀ ਸੀ ਐਂਟੀ ਕਲਟਰ ਨੇ ਯਾਰ ਸਵੇਰ ਤੇ ਰਿਕਵੈਸਟ ਪਾ ਕੇ ਰਾਣਾ ਸਾਹਿਬ 1 ਮਿੰਟ ਦੇਣਾ ਸਰਕਾਰ ਐਂਟੀ ਕਲਟਰ ਮੈਨੂੰ ਲਾ ਦਿਓ ਉਹਨਾਂ ਨੂੰ ਉੱਪਰ ਲੋ। ਅੱਛੇ ਭਾਈ ਨੇ ਮੇਰੇ ਦੋਸਤ ਨੇ, ਉਹਨਾਂ ਨੂੰ ਲਾਜ਼ਮੀ ਉੱਪਰ ਲੋ। ਉਹ ਤੁਹਾਡੀ ਸਪੋਰਟ ਚਾਹੀਦੀ, ਰਾਣਾ ਸਾਹਿਬ ਨੂੰ ਡਰਾਈਵ ਕਰ ਰਹੇ ਨੇ ਉਹਨੂੰ ਯਾਰ ਬੜੀ ਦੇਰ ਰਿਕਵੈਸਟ ਪਾਈ, ਸੋ ਫੋਨ ਵੀ ਕਰ ਰਹੇ ਸੀ ਮੈਨੂੰ, ਚੁੱਕੋ ਤੋਂ ਗੱਲ ਕਰਨੀ ਹੈ। ਮੈਂ 1 ਸੈਕਿੰਡ ਉਹਨਾਂ ਲੈ ਲਵਾਂ ਰਾਣਾ ਸਾਹਿਬ, ਫਿਰ ਤੁਸੀਂ ਕੋਈ ਇਹ ਤਾਂ ਫਿਰ ਜ਼ਿਆਦਤੀ ਹੈ ਨਾ ਯਾਰ। ਹਾਂ ਮੈਨੂੰ ਲਾ ਦੇ ਫਿਆਕ ਦੀ, ਮੈਂ ਜਾਣਾ ਮੈਨੂੰ ਲਾ ਦੇ ਕਿਸੇ ਹੋਰ ਨੂੰ ਲਾ, ਕੋਈ ਐਸੇ ਨੂੰ ਲਾ ਦੇ। ਸਾਰੇ ਛਾਲ ਮਾਰਨਗੇ, ਇਹਨਾਂ ਦਾ ਜਗ੍ਹਾ ਬਣ ਗਈ ਯਾਰ। ਰਾਣਾ ਸਾਹਿਬ ਨੂੰ ਥੱਲੇ ਲਾ ਦਿਓ, ਇਹਨਾਂ ਦਾ ਯੂਨੀਫਾਰਮ ਨਹੀਂ ਠੀਕ ਹੈ ਅੱਜ। ਆ ਗਏ ਨਾ अकबर भाई अस्सलाम वालेकुम। वालेकुम सर, वालेकुम सलाम भाईजान। अच्छा मैं सिर्फ गुजारिश करनी सी कि ਭਗਵਾਨ ਸਾਹਿਬ ਤੁਹਾਨੂੰ ਯਾਦ ਹੋਏਗਾ ਕਿ ਜਿਹੜੀ ਤੁਹਾਡੇ ਤੇ ਉਹ ਸ਼ਾਤਮੀਤ ਵਾਲਾ ਜਿਹੜਾ ਲੱਗਾ ਹੋਇਆ ਨਾ ਇੱਕ ਲੇਬਲ, ਉਹ ਗਰੁੱਪ ਜਿਹੜਾ ਹੈਗਾ ਉਹਨਾਂ ਦਾ ਮਕਸਦ ਹਯਾਤ ਇਹੀ, ਜਿਵੇਂ ਸਵੇਰੇ ਚੜ੍ਹ ਗਏ ਉੱਥੇ ਡਾਂਗ ਲੈ ਕੇ ਇਲਾਮਾ ਇਰਫਾਨ ਜੱਟ ਸਾਹਿਬ ਅਮਨਜ਼ੀਦ ਦੀ ਬਰਾੜ ਤੇ ਉਹਨੂੰ ਨਸਾਇਦ ਯਾਰ ਗਾਲਾਂ ਕੱਢਦੇ, ਉੱਥੇ ਜਾ ਕਹਿ ਰਹੇ ਸੀ ਮੈਂ ਤੁਹਾਡੇ ਨਾਲ ਖਲੋਣਾ ਸਾਥ ਅੱਛਾ ਜੀ, ਇਹ ਲੱਭ ਗਿਆ ਰੈਫਰੈਂਸ, ਆਂਦੇ ਉਹ ਸਕਰੀਨ ਤੇ ਲਾ ਦੇਣਾ, ਮੈਂ ਹਵਾਲਾ ਦੇ ਦਿੰਦਾ, ਮੈਂ ਸਹੀ ਬੁਖਾਰੀ ਹਦੀਸ ਨੰਬਰ ਹੈ 3609। ਰੈਫਰੈਂਸ ਵੀ ਲਾ ਦਿਓ ਮੌਲਾਨਾ ਸਾਹਿਬ, ਵਸੀਮ ਸਾਹਿਬ ਨੂੰ ਕੋਈ ਗੱਲ ਤੇ ਕਰ ਲੈਣ ਦਿਓ ਨਾ, ਅਲੀ ਅਕਬਰ ਸਾਹਿਬ ਗੱਲ ਕਰ ਰਹੇ ਨੇ, ਕਰੋ ਅਲੀ ਅਕਬਰ ਸਾਹਿਬ। ਤੇ ਉਹ ਐਂਟੀ ਕਟ ਸਾਹਿਬ ਇਲਾਮਾ ਸਾਹਿਬ ਜਿਹੜੇ ਇਰਫਾਨ ਜੱਟ ਸਾਹਿਬ ਨੇ ਮਾਸ਼ਾਅੱਲਾ ਤਾਰੀਖ ਤੇ ਬਦਤਰੀਨ ਗਾਲੀਬਾਜ਼ ਨੇ, ਮਸ਼ਹੂਰ ਨੇ ਟਿਕਟੌਕ ਦੇ ਉੱਤੇ। ਉਹ ਸਵੇਰੇ ਬੜੇ ਮੌਮਨ ਬਣ ਕੇ ਉੱਥੇ ਗਿਆ ਸੀ ਤੇ ਜਾ ਕੇ ਕਹਿ ਰਿਹਾ ਸੀ ਕਿ ਜੀ ਮੈਂ ਨਾ ਇੱਥੇ ਆਇਆ ਵਾਂ, ਤੁਸੀਂ ਤੁਹਾਡਾ ਸਾਥ ਦੇਣਾ ਵਾਂ ਬੰਬਾਸਟਕ ਦੇ ਖਿਲਾਫ, ਲੇਕਿਨ ਤੁਸੀਂ ਇਹਨੂੰ ਨਾਲ ਬਿਠਾਇਆ ਹੋਇਆ ਇੱਕ ਗੁਸਤਾਖ ਨੂੰ ਨਾ। ਬੇਸਿਕਲੀ ਇਹ ਉਹ ਗਰੁੱਪ ਹੈਗਾ ਇੱਕ ਦੋ ਜਿਹੜੇ 8-10 ਬੰਦਿਆਂ ਦਾ ਵੀ, ਇਹਨਾਂ ਦਾ ਮਕਸਦ ਇਹੀ ਹੈ, ਬਨੀ ਇਸਰਾਈਲ ਨੂੰ ਵੀ ਗਾਲਾਂ ਕੱਢਦੇ ਨੇ ਤੇ ਇਹਨਾਂ ਲੋਕਾਂ ਨੂੰ ਆਪਣੇ ਵੱਲ ਮੋੜਿਆ ਹੈਗਾ, ਭਗਵਾਨ ਵਗੈਰਾ ਨਿਊ ਵਗੈਰਾ ਨੂੰ ਨਾ, ਕਿਉਂਕਿ ਇਹਨਾਂ ਨੂੰ ਖਾਰਸ਼ ਰਹਿੰਦੀ ਹੈ ਕਿ ਸਾਡੇ ਵੱਲ ਆਓ। ਤੇ ਸਵੇਰੇ ਵੀ ਇੱਕ ਜਗ੍ਹਾ ਤੇ ਖਾਰਸ਼ ਠੰਡੀ ਕਰਨ ਗਿਆ ਸੀ ਤੇ ਨਿਊ ਨੇ ਫੌਰੀ ਤੌਰ ਤੇ ਕੋਈ ਜਵਾਬ ਦਿੱਤਾ ਤੇ ਫਿਰ ਨਿਕਲ ਗਿਆ ਸੀ ਉੱਥੋਂ ਨਾ। ਤੇ ਉਹਨਾਂ ਦੇ ਖਿਲਾਫ ਇਸ ਜਿਹਾਦ ਦਾ ਜਿਹੜਾ ਅਲਮ ਬੁਲੰਦ ਕੀਤਾ ਇੱਥੇ ਕਰਕੇ ਬੈਠੇ ਹੁੰਦੇ ਯਾਰ ਮੇਰੇ ਕਮੈਂਟ ਮਿਊਟ ਨੇ, ਉਹ ਤੇ ਖੋਲੋ ਜ਼ਰਾ, ਮੈਂ ਉਹਨਾਂ ਨੂੰ ਰੈਫਰੈਂਸ ਦੇ ਦਿਆਂ ਥੱਲੇ। ਹਾਂਜੀ ਹੁਣ ਤੁਸੀਂ ਵਿਕਾਸ ਭਾਈ ਹੁਣ ਕਰ ਲਓ, ਮੈਂ ਬਸ ਕਿਹਦੇ ਕਮੈਂਟ ਮਿਊਟ ਨੇ? ਮੈਨੂੰ ਯਾਰ ਬਲੌਕ ਵੀ ਕਿਸੇ ਨੇ ਕੀਤਾ ਸੀ ਤੇ ਮਿਊਟ ਵੀ ਕੀਤਾ ਸੀ। ਉਹ ਬਲੌਕ ਵਾਲਾ ਬੰਦਾ ਤੇ ਮੈਂ ਮੋਡਰੇਟਰ ਤੋਂ ਹਟਾਤਾ, ਮੈਂ ਵੇਖਣ ਡਿਆ ਸਾਂ, ਖੋਲ ਦਿੱਤੇ ਤੁਹਾਡੇ ਮੈਂ ਨਾ। ਹਦੀਸ ਨੰਬਰ ਮੁਹੰਮਦ ਅਹਿਮਦ ਸਾਹਿਬ ਨੂੰ ਦੱਸ ਦਿਓ ਤਾਂ ਕਿ ਉਹ ਹਦੀਸ ਐਵੇਂ ਨੰਬਰ ਖੋਲਦੇ ਜੇ ਕਮੈਂਟ, ਪਹਿਲੇ ਉਹਨਾਂ ਕੋਲੋਂ ਵਾਅਦਾ ਲੈ ਲੈਣਾ ਸੀ ਕਿ ਕਿਰੇ ਸ਼ਾਤਮੀਅਤ ਤੇ ਨਾ ਕਰਨਗੇ, ਫਿਰ ਖੋਲਨੇ ਸੀ।
ਚਲੋ ਫਿਰ ਮਿਊਟ ਕਰ ਦੇਣਾ, ਤੁਸੀਂ ਵਾਦਾ ਲੈ ਲਓ। ਨਹੀਂ ਮੈਂ ਕੋਈ ਮਿਰਜ਼ਾ ਸਾਹਿਬ ਦੇ ਖਿਲਾਫ ਤੇ ਕੋਈ ਗੱਲ ਨਹੀਂ ਲਿਖੀ ਸੀ, ਮੈਂ ਤੇ ਭਗਵਾਨ ਕੋਈ ਮੌਕਾ ਨਹੀਂ ਜਾਣਦਾ ਢਿੱਲ ਟੁੱਟਣ ਦਾ ਨਾ। ਮੈਂ ਤੇ ਇਹ ਆਖਿਆ ਸੀਗਾ ਕਿ ਜਮਾਤ ਦੀ ਬਰਕਤ ਨਾਲ ਜੇ ਬਾਕੀ ਲੋਕ ਠੀਕ ਹੋ ਰਹੇ ਨੇ ਤੇ ਜਮਾਤ ਦੀ ਬਰਕਤ ਨਾਲ ਲੋਕ ਗਾਲੀਬਾਜ਼ ਵੀ ਹੋ ਰਹੇ ਨੇ, ਬਸ ਇੰਨੀ ਗੱਲ ਕੀਤੀ ਸੀ। ਹੁਣ ਤੁਸੀਂ ਕਹੋ ਕਿ ਮਿੱਠਾ ਮਿੱਠਾ ਹਬ ਹਬ ਤੇ ਕੋੜਾ ਕੋੜਾ ਥੂ ਥੂ, ਫਿਰ ਅੱਛੀ ਗੱਲ ਨਹੀਂ ਹੈ ਨਾ। ਨਹੀਂ ਤੇ ਜਿਹੜੇ ਬਾਕੀ ਹੈ ਮੁਸਲਮਾਨ ਗਾਲੀਬਾਜ਼ ਹੁੰਦੇ ਉਹ ਕਿਹੜੀ ਬਰਕਤ ਨਾਲ ਹੁੰਦੇ ਨੇ? ਬਿਲਕੁਲ, ਇਹ ਉਹਨਾਂ ਦੇ ਫਿਰਕੇ ਦੀ ਬਰਕਤ ਹੈ, ਜਿਹੜੇ ਵੀ ਫਿਰਕੇ ਦੇ ਵਿੱਚ। ਨਹੀਂ ਇਹ ਸਾਰੇ ਇਸਲਾਮ ਦੀ ਬਰਕਤ ਹੈ, ਸਾਰੇ ਦੀ ਫਿਰ ਇਸਲਾਮ ਦੀ ਬਰਕਤ ਹੈ। ਨਹੀਂ, ਇਸਲਾਮ ਦਾ ਤੇ ਫਿਰਕਾ ਨਹੀਂ ਹੈ ਨਾ, ਇਸਲਾਮ ਦੇ ਉੱਤੇ ਨਹੀਂ ਨਾ। ਵੱਡਾ ਹਥਿਆਰ ਹੀ ਚੱਲ ਗਿਆ ਹੈ। ਉਹ ਰਾਣਾ ਸਾਹਿਬ ਤੁਹਾਡੀ ਹਰ ਵੇਲੇ ਉਂਗਲੀ ਉਹ ਸਾਊਥ ਕੋਰੀਆ ਦੇ ਸਦਰ ਹਰ ਐਟਮ ਬੰਬ ਦੇ ਬਟਨ ਤੇ ਹੀ ਹੁੰਦੀ। ਇਸਲਾਮ ਇਟਸੈਲਫ ਫਿਰਕਾ ਹੈ। ਅੱਛਾ ਠੀਕ ਹੈ। ਅੱਛਾ ਮੈਨੂੰ ਗੱਲ ਕਰ ਲੈਂਦੋ, ਅਲੀ ਅਕਬਰ ਸਾਹਿਬ ਨੇ ਇਹਨਾਂ ਨੇ ਪੁੱਛਿਆ ਸੀ ਤਕਰੀਬਨ ਜਿਹੜਾ ਲਫ਼ਜ਼ ਕਿੱਥੇ ਆਇਆ ਹੈ, ਪੜ੍ਹ ਲਓ ਜੀ। ਮੁਹੰਮਦ ਅਹਿਮਦ ਸਾਹਿਬ ਨੂੰ ਹਵਾਲਾ ਦੱਸ हाँ बुखारी शरीफ है। ਇੱਕ ਸੈਕਿੰਡ। भाई आप ना शायद मुझे लगता है पॉइंट नहीं समझ रहे ना मोहम्मद अहमद भाई का, कि आप उनके बिहाफ पे जवाब दे रहे हैं ना। मोहम्मद अहमद भाई का ये पॉइंट है कि आपकी नज़र में तो ये हदीस दुरुस्त ही नहीं है। हदीस होती ना होती आप तो उनसे कुछ लेना देना नहीं। इस टाइम जो मोहम्मद अहमद भाई का स्ट्रेट सवाल था वो आपसे था, बनी इसराइल से था ना। हम दोनों की ये बात सेम है कि मोहम्मद रसूलुल्लाह सल्लल्लाहु अलैहि वसल्लम, वो कहते हैं मोहम्मद रसूलुल्लाह सल्लल्लाहु अलैहि वसल्लम के बाद कोई नहीं आ सकता। हम कह रहे हैं मोहम्मद रसूलुल्लाह सल्लल्लाहु अलैहि वसल्लम इटसेल्फ अभी भी जो है वो नूरी हालत में मौजूद हैं, तो बाद वाला तो चक्कर ही नहीं है। कोई शख्स क्लेम ही नहीं कर सकता नबी होने का। ये तो हमारा बात होगी ना, इनडायरेक्टली जो है अकीदा सेम है। नहीं पर ये आप भी अपना बिलीव इस हदीस पे लेके आ रहे हैं, फिर ये फिर मैं दुरुस्त मैं तो समझा। अपना बिलीव लेता हूँ कुरान से। पॉइंट भगवान साहब को यही दिखाना था कि जब इधर आते हैं तो जी 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 चलो आप करो। I'm really sorry। अगर ये जो भाई ने बात की है ना, इस बात को भी लिया जाए तो सर ये भी इस तरह भी आपके जो मोहम्मद है वो कोई और ही चीज़ है और इनके जो मोहम्मद है वो और ही चीज़ है। वो आप कह रहे हैं कि नूरी शक्ल में आज भी मौजूद है, मगर वो इस किताब में वो कहते हैं वो माँ मोहम्मद इल्ला रसूल कद खलत मिन क़ब्ल रसूल। ये वजाहत करने के बाद फिर खलत की भी वजाहत करते हैं कि अगर मैं भी फौत हो जाऊं या कत्ल कर दिया जाऊं तो मेरे पीछे पैरों के बल फिरोगे। तो इनका नहीं, उधर वर्ड लिखा हुआ है क्या पस अगर, 3 वर्ड आते हैं, क्या आफा इम आता, क्या पस अगर। हाँ जी, मतलब ये ऐसी बात है, इतनी रेयर बात है कि ये पॉसिबल है ही नहीं। लफ्ज क्या लिखा हो ना, मैं बता देता हूँ। कुरान में आता है अगर अल्लाह चाहता तो सबको हिदायत दे देता। सिर्फ उधर लफ्ज है कि अगर अल्लाह चाहता, उधर सिर्फ वर्ड आता। आप इसकी तशरीह या इसका फ़हम या इसके बारे में क्या सोचते हैं, मेरा उससे कोई इख्तलाफ नहीं। मैं तो सिर्फ ये बता रहा हूँ ये जो आप अभी जितना कुछ भी कर रहे हैं वो सर सेंस नहीं करता। ये एक बड़ी आम सी बात है कि एक वो इंसान थे
موجود تھے, عام انسانوں کی طرح تھے, اور ذکر کر رہے ہیں کہ میں محمد ایک رسول ہے. کس طرح سے؟ جیسے پہلے ہوئے ہیں. پہلوں کا ہمیں پتہ چلا کہ وہ انسان تھے اور وہ فوت ہو چکے ہیں, وہ جا چکے ہیں, وہ ایگزسٹ نہیں کرتے. تو پھر وہ اپنے بارے میں اس گزر جانے کی وضاحت میں بتاتے ہیں کہ اگر میں فوت ہو جاؤں, کیونکہ انسان کو پتہ نہیں ہوتا کہ کیسے یہ اللہ تعالیٰ نے اس کے لیے فیصلہ کر چھوڑا ہوا ہے. اگر میں فوت ہو جاؤں, اگر میں قتل کر دیا جاؤں, پر تم لوگوں کی کیا ڈیوٹی؟ تم لوگ پیروں کے بل پھرو گے. ادھر فوکس ہے کہ میرے ساتھ جو کچھ بھی ہو جائے, میں تو بھائی موت مروں یا میں قتل ہوں یا کچھ بھی ہو جائے, کون سی بیماری سے ہو جاؤں, کیا ہو جائے, اس کے قطع نظر آپ لوگوں کی ڈیوٹی کیا ہے؟ جو میں نے کام دے دیا اس کو فالو اپ کرتے رہنا. یہ ایک بڑی آسان اور عام فہم اور ہر بندے کے سمجھ آنے والی وہ بات ہے جو اس جگہ پہ لکھی ہوئی ہے. مگر آپ اس سے کچھ کسی اور آیت کو نکال کے جو اللہ تعالیٰ نے اپنے لیے استعمال کیا ہے وہ ایک انسان پہ لگا کے کچھ کا کچھ کر دیں. میں اس سے روک نہیں سکتا, آپ وہ جو چاہتے ہیں اس کو مانتے رہیں, مگر یہ چیز پروو کرتی ہے آپ کا محمد سر اور ہی کچھ ہے, پتہ نہیں کیا ہے وہ. اس کا تعارف کبھی بھی نہیں ہو سکتا دنیا میں, کیونکہ جو ایگزسٹ ہی نہیں کر رہا اس کا تعارف کیا کرائیں گے؟ جو صرف نور ہے, جو کسی کو پتہ ہی نہیں ہے, اس کا تعارف نہیں ہو سکتا. تو آپ کا الگ ہے, ہمارا الگ ہے بھائی. تو مجھے نہیں پتا کہ آپ کس بیس پہ بات کرتے ہیں. حدیث مانتے نہیں ہیں مگر لے کے آئے ہیں. اب قرآن کو بھی جو کہہ رہے ہیں وہ بھائی کسی کو پتہ ہی نہیں ہے کدھر ہے, کون ہے, کیا ہے. تو آپ کس طرح سے کرتے ہیں مکالمہ؟ اور مجھے دوسروں پہ بھی موقع بھی تو دے دینا کر لیتے ہیں. جی ابھی آپ کی باری میں میوٹ کرتا ہوں. اچھا دیکھیں, مسئلہ پتہ کہاں پہ آتا ہے. اگر آپ صرف قرآن کی حد تک رکھیں, صرف قرآن کی حد تک بات کو رکھیں, تو آپ کے پاس کوئی ایسی دلیل نہیں ہے جس سے آپ محمد رسول اللہ کو انسان ثابت کر سکیں. اگر صرف قرآن کی بات کریں, مسئلہ آ جاتا ہے احادیث پہ. اب جب احادیث لکھی گئی ہیں تو احادیث میں صحیح بھی اور غلط بھی, آپ کے بقول, میرے نزدیک تو میرے لیے مسلم ہی نہیں ہے نا, تو میں تو کسی کو بھی اوتھینٹک نہیں مانتا. کیونکہ آپ جن کے مقلد ہیں ان کے نزدیک وہ جس کو چاہتے تھے ٹھیک قرار دیتے تھے, جس کو چاہتے تھے نہیں قرار دیتے تھے, جو کہ آپ کا عقیدہ بھی ہے. تو اس لیے جب کسی انسان کی بشری حیثیت ہو جاتی ہے تو اس کے ساتھ کمزوریاں جڑ جاتی ہیں. جو کمزوریاں مینشن ہیں جس میں امت کا اختلاف ہے. اہل سنت میں ایک فرقہ وہ پایا جاتا ہے جو کہتا ہے نبی قبر میں زندہ ہے. ان کو ان کی جو ہے وہ امہات المومنین ہیں, ان کی عورتیں ہیں, وہ پیش کی جاتی ہیں. یہ مسلمانوں میں ایک فرقے کا عقیدہ ہے. ایک کہتا ہے کہ محمد رسول اللہ جو ہیں وہ نور ہیں, بشر نہیں ہیں. ایک کہتا ہے بشر ہیں, نور نہیں ہیں. یہ سارے جو کنسیپٹ ہیں یہ پائے جاتے ہیں. لیکن میں صرف قرآن پہ سٹینڈ کرتا ہوں کہ میری سٹینڈنگ پوزیشن صرف قرآن ہے. قرآن میں 3 جگہ پہ محمد رسول اللہ آیا اور تینوں حاضر کے جگہ ہے. حاضر علم کی وفات ہو گئی ہے. تو میں کہوں گا یہ بات قرآن سے آپ کی میچ نہیں کرتی. میرا آپ کا اس پہ اختلاف ہے کہ محمد اللہ کے رسول ہیں. آج کوئی تاریخ میں جو بندہ فوت ہو گیا اس کی بات نہیں ہو رہی. اور اللہ بھی کہہ رہا ہے وَعَلَمُوا أَنَّ فِيكُمْ رَسُولُ اللَّهِ, جان لو تم میں اللہ کا رسول موجود ہے. تو وہ جو موجود ہے وہ کون ہے؟ تو میں دیکھتا ہوں وہ جو نور کی صورت میں ہے وہ اس کتاب کا پیغام ہے جو بار بار ہمیں تعارف کرواتا ہے, جس کا ہمیں بتایا جا رہا ہے کہ لوگ اس کو نہ تبدیل کر سکتے ہیں نہ اس کی مخالفت کر سکتے ہیں. قرآن کی جتنی مخالفت ہو رہی ہے وہ ساری حدیث کی ہو رہی ہے یا ساری سیرت کی کتابوں کی ہو رہی ہے. قرآن کی مخالفت نہیں کوئی کرتا. کیوں؟ قرآن کی بات جو ہے اپنے اپنی سینس میں بالکل اوتھینٹک ہے, اس پہ اعتراض نہیں ہے. جب بھی اعتراض اٹھائیں گے اس کے ساتھ ایسی بات لنک ہوگی, یا وہ تاریخ کی ہوگی یا وہ حدیث کی ہوگی, جس کی وجہ سے ان کی ذات کے اوپر کتابیں لکھی گئی ہیں, یہ اسٹینڈنگ ورسز لکھی گئی ہیں, رنگیلا رسول لکھی گئی ہے. نکی نکی گل رکھ کے ٹر پو, نکی نکی گل رکھ کے ٹر پو. ایڈی لمبی بات تفسیر یہ ہے کہ میرا ایمان جو ہے وہ اللہ کے رسول پہ ہے, نہ کہ لوگوں کے بتائے ہوئے رسول پہ. تو جس کو اللہ رسول کہتا ہے میں اس کو کرتا ہوں بس. ٹھیک بھگوان ہے, مجھے اجازت ہے ابھی میں بات کر سکتا ہوں؟ آزاد بھائی وہ ٹاپک چینج ہو جاتا ہے نا. ٹھہر جی محمد ران صاحب کر لینے ہیں. تسی کوئی بمب شام سیدھا کرو, کر لینے انہوں کر لین دو. جی محمد صاحب اگین جس کے جو خیالات ہیں وہ رکھ سکتا ہے, مگر ابھی بھی آپ نے اظہار کیا کہ آپ لوگ اختلاف کرتے ہیں, لوگ ایسی باتیں کرتے ہیں, آپ ان سے اتفاق نہیں کرتے. تو یہ میرے والی بات ہے بھائی, آپ کے محمد اور ہیں, ان کے اور ہیں, آپ کے پاس بنیاد ہی نہیں ہے بات کرنے کی. پھر آپ کہتے ہیں کہ قرآن مجید میں ایسا کچھ ہے نہیں. سر ہے, بالکل ہے. جو سورہ الکاف کی آیت ہے کل انما انا بشر مثلکم جو ہے یوحا الیہ, کہ اللہ تعالیٰ کہہ رہا ہے کہ کیا ان سے کہو کہ میں تمہارے جیسا ہی ہوں, مگر فرق اتنا ہے کہ میرے پہ وحی نازل ہو رہی ہے.
फिर उसके कुरान मजीद की जो आयत है सूरह नहल के अंदर, और हमने तो उससे पहले भी सिर्फ मर्द ही भेजे हैं। ये कौन दे रहा है? मेरे रसूलुल्लाह सल्लल्लाहु अलैहि वसल्लम कह के मैंने मर्दों को ही चुना, मर्द ही आते होते थे। फिर इसी तरह फिर ये कैसा रसूल है जो खाना खाता है, जो बाज़ारों में फिरता है, चलता फिरता है? सर ये इनके मोहम्मद और हैं। और जहाँ तक आप वाली बात है, चूँकि अब वो पुराना ज़माना है, वो मौजूद नहीं है, तो अब इनके लिए तो उनका मौजूद ना होना भी उनकी मौजूदगी इस तरह से उनकी तलीम की सूरत में है, कुरान की सूरत में। मगर आप कहते हैं कि वो जो फिज़िकल वजूद था जी वो ख़त्म हो गया, अब सिर्फ तलीम रह गई है। अल्टीमेटली नतीजा आपने वहीं पर जाना है, वहीं पर करना है। मगर आपको इस चीज़ से मुख्तलिफ कर देता है लोगों से जब आप कहते हो कि फ़िज़िकल आइडेंटिटी कोई नहीं। आपके मसाइल का हल है कुरान मजीद में, मगर वो शायद कल वाली सिचुएशन जैसे आप करते हैं कि चीज़ सामने आ भी जाए, उसके लिए आपने वो घसीटते रहना है, उसको मानना नहीं, वही बात बार बार रिपीट करते रहना, उसका तो कोई हल नहीं है। आपको पूरी इजाज़त है, आप जो भी रखें, मगर अगेन बात मुद्दा वहीं पे है, आपके पास बुनियाद नहीं है ना दूसरे मुसलमानों के साथ बात करने के लिए, ना अहमदियों के साथ बात करने के लिए। क्यों? क्योंकि आपकी एक दुनिया ही अलग है। उस दुनिया ही अलग है, उसको संभालने की बजाय आप दूसरों के अकायद पे, दूसरों की चीज़ों पे आके बात कर रहे हैं। क्यों? जब ना एक्सेप्ट करना, ना समझना, ना फिर अपनी मुद्दा रख पाना, और जो आप रखते हैं उसके ऑपोजिट दलीलें पूछी। ये 3 आयतें मैंने आपको बताई हैं, एक पहले बताई है जो आपकी बात के बिल्कुल ऑपोजिट खड़ी हैं, जो बताती हैं कि एक वजूद था जो खाना खाता था, बाज़ारों में फिरता था, लोगों को ये बात पसंद नहीं आती थी, वो एक मर्द था। अल्लाह ताला बताता है कि तुमसे पहले भी हमेशा मर्द ही मैंने चुने हैं, ठीक है। फिर वो कहता है कि मेरे से पहले भी रसूल गुजर चुके। किस तरह से गुजर गए? जैसे भी गुजर गए, जो फोत हुए हैं, कत्ल हुए हैं, जो भी मसाइल हुए हैं, मगर तुम्हारी ड्यूटी जिस तरह पहले वालों ने निभाई कि उनकी बातों को फॉलो करना है, उनकी पूजा नहीं करनी, इसी तरह मुझे भी मेरी इस बहस में ना पड़ना, मेरी बातों पे अमल करना, पैरों के बल ना फिरना। ये सारी बातें आपके खिलाफ है उसमें जी। बनी इसराइल भाई इसको ठीक करें, फिर शायद आपके पास कोई बुनियाद। मैं मोहतरम, आप मनवाने तो नहीं बैठे ना, मैं आपको मनवाने बैठा हूँ। आपने अपना बयान रखना है, लेकिन आपका सारा जोर जो था वो मनवाने पे था कि आप जिस मोहम्मद रसूलुल्लाह को मानते हैं वो और है, मैं जिसको मानता हूँ वो और है, और जिसको मिर्ज़ा साहब मानते थे वो भी और है। क्यों? आपने पढ़ा नहीं है। जो फना फिर रसूल होने का और बाकी सारी बातें हैं मिर्ज़ा साहब की कंक्लूड जो होती हैं, वो अगर तल्ला साहब इधर बैठे होते तो मुझे बोलने की ज़रूरत नहीं पड़नी थी और उन्होंने खुद आपको जस्टिफिकेशन दे देनी थी। हालांकि वो आपकी ही जमात का बंदा है, लेकिन वो इन सारी बातों से मुत्तफिक है कि यही जो है वो मिर्ज़ा साहब का अकीदा है। खैर, ये बात अलग रह गई। अब आपने जो तीनों मुझे दलीलें दी हैं कि वो बाज़ारों में चलता फिरता है, वो बशर रसूल है, मोहम्मद रसूलुल्लाह को पहली बात कुरान में कहीं पर अल्लाह ने मुखातिब नहीं किया, डायरेक्ट उनका तारुफ करवाया है। कुरान में आता है या ईसा, या मूसा, या इब्राहीम, या मोहम्मद, कुरान पे कहीं पर नहीं, डायरेक्ट। जहाँ पर भी 4 आयतें हैं, चारों आयतों में डायरेक्ट अल्लाह हमें इंट्रोड्यूस करवा रहा है। जिसका डायरेक्ट इंट्रोडक्शन हो वो बड़ी अहम जो है, वो हमारे सामने एक करैक्टर आता है बड़ा अहम। क्यों? कि उसके साथ जो है वो हक़ नाजिल भी हो रहा है, उसके साथ जो है वो कुफार पे शदीद हैं और आपस में रहम दिल हैं। वो जो आइडियोलॉजी कोई भी दुनिया में एग्जिस्ट करती है वो उसका बनाने वाला नहीं है, वो उसकी तरफ से नहीं है, और वो खालस अल्लाह की तरफ से भेजा हुआ है। तो ये जो तफसील है, ये खैर आपका जो अकीदा है, ज़ाहिर सी बात है आप अपने अकीदे के हिसाब से बात करेंगे, लेकिन ये जो मैं बात कर रहा हूँ और जो आपने 3-4 आयतें पेश की हैं, कहीं पे मोहम्मद रसूलुल्लाह को ना पीछे कॉन्टेक्स्ट में ना आगे कॉन्टेक्स्ट में मुखातिब करके बात की है। हाँ, आपका अकीदा ये है कि चूँकि हदीसों से आपको पता चलता है कि वो जो है वो इस तरह से जो है लोगों के सामने उन्होंने ये वाली आयतें रखी, तो इसलिए आपका अकीदा हदीसों से है। तो मेरा तो इसमें कोई कसूर नहीं है। आप हदीसों में से बाज़ हदीसों को मानते हैं, बाज़ को छोड़ देते हैं, अपनी मर्ज़ी की उठा लेते हैं, मर्ज़ी की छोड़ देते हैं। या तो फिर सारी ऑन करें, मेरे साथ सही बुखारी पे बात कर लें आप, सिर्फ सही बुखारी। आप सही बुखारी को अगर पूरे को सही मानते हैं, कुरान को हम साइड पे कर देते हैं, सिर्फ सही बुखारी पे बात करते हैं कि ये बात ठीक है या गलत है। अभी देख लेते हैं आपका अकीदा, जिस तरह मैं नहीं मान रहा, आप भी इनकार कर देंगे। जवाद साहब, आपकी जमात का बंदा जवाद, उसने मेरे सामने बैठ के, रिकॉर्डिंग में है मेरे पास, सही बुखारी की हदीस का इनकार कर दिया। कहता मैं नहीं मानता ये हदीस, हवाला दिया उसको। तो जब आपके सामने भी रखी जाएगी आपने भी हाथ खड़े कर देने हैं। मनवाना मेरा काम नहीं है, मेरा काम है अपनी अंडरस्टैंडिंग को रखना। आप चाह रहे हैं कि आप ऐसी बात करें जिससे मैं इन्फ्लुएंस हो जाऊं और मैं मान लूं कि हाँ जी अहमद साहब ने जो बात की ये बिल्कुल ठीक है, मेरा अकीदा गलत है। जज़ाकल्लाह।
हाँ जी, नहीं आपको कुछ भी नहीं मानना। मेरी जितनी भी बात थी वो सिर्फ इस पर थी कि आप जो आपके जो असूल है उन असूलों के ऊपर ही एलिजिबिलिटी क्राइटेरिया ही पूरा नहीं करते, और उसके कुछ वजूहात मैंने बताई। वो वजूहात जिस दिन ख़त्म हो जाएंगी उस दिन बुखारी पे भी बात हो सकती है, मुस्लिम पे भी बात हो सकती है, और दीगर बातों पे भी हो सकती है। और ये जितनी भी बातें आपने की हैं उसका आंसर उन आयत में मौजूद है, मगर आपके पास ये जवाज़ है कि चूँकि इस आयत में इस तरह नाम नहीं लिया गया, हैंस प्रूव दैट वो रसूलुल्लाह सल्लल्लाहु अलैहि वसल्लम नहीं है। सर आपकी मर्ज़ी है, आप कुछ भी करें, मगर ये कुरान मजीद के एक तर्ज़ कलाम है, उसकी खूबसूरती है, और ये वैसे भी सेंसिबल नहीं लगती। मैं किसी महफिल में बैठा हूँ, किसी के साथ कोई बंदा मुझे मुखातिब करेगा तो वो बार बार हर बात शुरू करने से पहले मेरा नाम ले, ये वैसे ही बड़ा अजीब सा लगता है, तो कलाम की खूबसूरती ख़त्म हो जाती है। अगर तारीख़ी पस मंज़र में देखा जाए तो सिर्फ सूरह बकरा ही सुनने में आता है कि 7 से 8 साल के अंदर नाजिल हो रही है, बैक वक्त एक साथ नहीं आ रही। टोटल कुरान का पता चलता है 23 साल लगे, एक कंटिन्यूस बात हो रही है। और उस कलाम में अगर अल्लाह ताला ने हर बार पे उनका नाम ले लेके मुखातब ही एक बंदे से हो रहा है, तो ये एक अजीब सी बात लगती है। इसलिए कहता हूँ कि आप जो बातें करते हैं वो सर सेंसलेस है, पॉइंटलेस है मेरे लिए, मगर मैं आपको बिल्कुल नहीं कह रहा कि भी मेरी बात मानो। मैं सिर्फ ये कह रहा हूँ आप उन बुनियादों पे खड़े नहीं हो पा रहे जिससे आपसे बात की जा सके। आपका एक मज़हब और है, आपकी एक दुनिया ही अलग है, इनकी अलग है, ठीक है। अपनी अपनी दुनिया में खुश रहो, अपनी दुनिया को समझा नहीं पा रहे और दूसरी की दुनिया पे जाके अटैक करना, तनकीद करना, उसको बुरा कहना, ये सेंस नहीं बनती। सर माजरत के साथ मेरी बात मुकम्मल हुई, जज़ाकल्लाह। ਮੈਂ ਤਾਂ ਕਹਿੰਦਾ ਰੋਲਾ ਮੁਕਾ ਦਿਓ ਇੱਥੇ, ਮਸਾਂ ਬੰਦਿਆਂ ਤੋਂ ਮੈਂ ਚਿੱਕ ਧਰੂ ਕੇ ਤੀਨੀਆਂ ਸ਼ੀਲੀਆਂ ਇਕੱਠੀਆਂ ਕਰਕੇ ਤੇਲ ਸ਼ੇਲ ਲਿਆ ਕੇ ਰਾਣਾ ਸਾਹਿਬ ਦੀ ਮਾਚਸ ਮੰਗ ਕੇ ਮੈਂ ਅੱਗ ਸ਼ੱਗ ਲਾਨਾ, ਜਿਉਂ ਸੇਕਣ ਲੱਗਣਾ ਉਤੋਂ ਜਿਹੜਾ ਨਾ ਕੋਈ ਮੁਜਾਹਿਦ ਆ ਜਾਂਦਾ, कुरान दी फलानी आयत खोल लो तो फलानी खोल। अच्छा देखें, यही बात जो है इधर ऊपर आने का मेरा मकसद ही ये था कि आप जो है वो हमारे साथ बात क्यों करते हैं। मैंने कहा आप हाथ खड़े कर दें भाई, कि हमारे पास जो है 2 तरीके हैं, या आप कह दें कि हमने आपसे बात नहीं करनी, या कह दें कि हमारे सवालों के जो जवाबात हैं आपके पास नहीं है। जैसे तल्ला साहब कहते हैं मैं थोड़े को माफ़ी मांगना, हम कहते हैं ठीक है जी, वो कहते हैं मेरे हाथ खड़े हैं, मैंने आपसे बात नहीं करनी, इस मौजू पे बात नहीं करनी। हम कहते हैं मसीह मौत की सदाकत, कहते हैं इस पे नहीं बात करनी। हम कहते हैं जो खलीफा हैं उन पे बात कहते हैं इस पे भी बात नहीं करनी। हाँ, कुरान पे वो थोड़ी बहुत जो है वो कर लेते हैं बात। आप भी ये बात कर दें, मुझे कोई एतराज़ नहीं है, मैं आपके सामने सवाल ही नहीं रखूँगा, मैं सवाल ही उसके सामने रखूँगा जो कहेगा कि हाँ आपसे बात करनी है। हाँ, अगर आप चाह रहे हैं बात करना, कुरान का अपनी मर्ज़ी का मौजू उठाएँ, उसको मुझे जो है वो अपनी किताबों से हदीसों से प्रूफ कर दें कि वाकई वो बात ठीक है। मैं आपको उसका जो है वो अपोजिट आपको कुरान से पेश करूँगा, फिर देख लेंगे कि कुरान में आप तज़ाद लाना चाह रहे हैं या कुरान इटसेल्फ उस तज़ाद को दूर करता है। इतनी सी बात है। ठीक है, बहुत अच्छी बात है। और मैं बस आपको एक, वैसे तो आपकी सारी बातों के जवाब मैंने दिए हैं, मगर मुझे वो आदत नहीं है कि मैं रिपीट करता रहूँ एक ही बात, पानी के अंदर बूंदानी डाल के तो मैं घुमाता रहूँ। शुरू में आपने एक बात की थी, आपके हाथ में एक हवाला लग गया। वैसे तो टोटली असूल आपकी ज़िंदगी के अलग है, मगर एमनियों के लिए आपके हाथ में हवाला चढ़ गया। असल किताब बाद कुरान जो है वो बुखारी का नहीं, उन्हीं की एक और बात भी सुने जो मैं आपको सुनाता हूँ। हजूर कहते हैं कि ये बात बिल्कुल गलत है कि हाँ हजूर सल्लल्लाहु अलैहि वसल्लम के मुकाबले पर जादू गालिब आ गया। हम इसको कभी नहीं मान सकते। आंखें बंद करके बुखारी और मुस्लिम को मानते जाना ये हमारा मसलक के बरखिलाफ़ है। ये तो अकल भी तस्लीम नहीं कर सकती, ऐसे आली शान नबी पर जादू असर कर गया हो। इतना ही पढ़ता हूँ। अब पढ़ने का मकसद क्या था? अब पढ़ने का मकसद क्या था? अब पढ़ने का मकसद क्या था? मुझे बताएगा, मैं बताऊंगा। और चूंकि मैं अल्लाह की तरफ से मामूर हूँ, क्यों मामूर हूँ कि रसूलुल्लाह सल्लल्लाहु अलैहि वसल्लम ने कहा था एक शख्स आएगा, तो अल्लाह ताला मुझे गाइड करेगा, मैं आपको प्रेजेंट करता रहूँगा। पहला पॉइंट था ये। उसके अलावा जितना भी ज़ख़ीरा मौजूद है ये सब का सब है ज़न पे, ज़न्नी मर्तबे पे है। तो इसको पढ़ते वक्त, इससे इस्तदलाल लेते वक्त, इसको अमल करते के वक्त अकल का इस्तेमाल नहीं छोड़ना।
अकल का इस्तेमाल नहीं छोड़ना और हर बात को कुरान मजीद के ऊपर कंपेयर करके देखना। कुरान मजीद इसको वेरीफाई कर देगा तो ये एक्सेप्ट कर लेना, कुरान मजीद इसको वेरीफाई नहीं करता तो छोड़ देना। और अगर ज़ईफ़ भी है, बिल्कुल किसी काम की बात नहीं है और वो कुरान मजीद के ऐन मुताबिक होती है तो ले लेना। ये है इनका एक्चुअल कॉन्सेप्ट। तो आप अगर 10 हदीसें लेके आते हैं तो मुमकिन है 10 की 10 आपको कर, जनाब ये तो हमने खुद रद्दी की टोकरी में फेंकी हुई है, आप किधर ले आए हैं। पर ये बात तो सिर्फ एक इजाफी थी, एक इन्फॉर्मेशन के लिए। मगर सर आपके असूल सारे पता नहीं कहाँ के कहाँ हैं, कैसे हैं, उन असूलों की बुनियाद पे आप किसी से बात नहीं कर सकते। आपको बात करनी है अपनी एक ख्याली दुनिया के लोगों के साथ, जो ख्यालात और तसव्वुरात में ऐसा कि कोई चीज़ थी, जो ये बता नहीं सकता कि ये किताब आई कहाँ से, मिली कहाँ से, क्योंकि नूर तो किसी ने नहीं देखा, किसी को पता ही नहीं है किधर है वो, क्या है नूर, कुछ भी नहीं है। मूसा को दे देते हैं, मगर मूसा को ईसा की बातें पता है, यूसुफ की बातें पता है, या दीगर ऐसे अंबिया जो मूसा के बाद आए थे, जो तारीखी एतबार से वेरीफाइबल के फैक्ट के तौर पे दुनिया में फैक्ट्स मौजूद है। मगर इस किताब को मूसा के हाथ में पकड़ा देना, सर ये एक अलग दुनिया है, ये दुनिया समझ नहीं आती। मौका दे दें मुझे 10 मिनट 5 मिनट 2 मिनट चाहिए थे सिर्फ, 10 5 2 मिनट। 2 मिनट मुझे भी चाहिए। अब्दुल शेख साहब 1 मिनट सर। अच्छा, अपना बनी सिर्फ भाई आप कह रहे हैं कि जी कुरान से बात कर लें, आपसे बंदा क्या कुरान के पे बात करे, आपका कुरान का कितना इल्म है वो 2 दिन के अंदर हमें पता चल गया कि आपको कुरान के ऊपर कितना इल्म है ना। आपने खुद आकर के एक दावा के अंदर इतनी तादाद